ਪੰਜਾਬ ਦੇ ਸਿਰ ਚੜੀ ਕਰਜ਼ੇ ਦੀ ਪੰਡ ਹੁਣ ਹੋਰ ਭਾਰੀ ਹੋ ਚੁੱਕੀ ਹੈ ਤੇ ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਪਾਰ ਕਰ ਚੁੱਕਿਆ ਹੈ। ਅੰਕੜੇ ਦੱਸਦੇ ਨੇ ਕਿ ਇਹ ਕਰਜ਼ਾ ਸਾਲ ਬੀਤਦਿਆਂ 4,17,000 ਕਰੋੜ ਤੋਂ ਪਾਰ ਕਰ ਜੂਗਾ ਤੇ ਜਦੋਂ ਤੱਕ ਇਸ ਆਮ ਆਦਮੀ ਪਾਰਟੀ ਦੇ ਕਾਰਜਕਾਲ ਦਾ ਅੰਤ ਹੋਣਾ, ਜਦੋਂ ਤੱਕ ਇਹਨਾਂ ਨੇ ਸੱਤਾ ਦੇ ਵਿੱਚੋਂ ਜਾਣਾ, ਤਾਂ ਉਦੋਂ ਤੱਕ ਇਹ ਜਿਹੜਾ ਕਰਜ਼ਾ ਹੈ ਤਕਰੀਬਨ 4.5 ਲੱਖ ਕਰੋੜ ਨੂੰ ਵੀ ਪਾਰ ਕਰ ਸਕਦਾ ਹੈ। ਅਸਲ ਦੇ ਵਿੱਚ ਜੇਕਰ ਅੰਕੜਿਆਂ ਤੇ ਗੌਰ ਕਰੀਏ ਤਾਂ 1952 ਦੇ ਵਿੱਚ ਪੰਜਾਬ ਸਿਰ ਕਰਜ਼ਾ ਮਹਿਜ਼ 78 ਕਰੋੜ 31 ਲੱਖ ਰੁਪਏ ਸੀ। ਸਾਲ 1964 ਦੇ ਵਿੱਚ ਇਹ ਵੱਧ ਕੇ 300 ਕਰੋੜ ਹੋ ਗਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਵਿੱਚ ਇਹਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ, ਪਰ ਬਾਅਦ ਦੇ ਵਿੱਚ ਇਹਦੇ ਵਿੱਚ ਕੁਝ ਮਾਫ ਵੀ ਕੀਤਾ ਗਿਆ ਸੀ। ਸਾਲ 2007 ਦੇ ਵਿੱਚ 2007 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਪੰਜਾਬ ਸਿਰ ਕਰਜ਼ਾ 56,982 ਕਰੋੜ ਰੁਪਏ ਦਾ ਸੀ, ਜਿਹੜਾ ਕਿ ਸਾਲ 2017 ਦੇ ਵਿੱਚ ਯਾਨੀ ਕਿ ਅਕਾਲੀ ਦਲ ਦੇ 10 ਸਾਲਾਂ ਦੇ ਕਾਰਜਕਾਲ ਦੇ ਵਿੱਚ ਵੱਧ ਕੇ ਇਹ ਤਕਰੀਬਨ 1,82,000 ਕਰੋੜ ਹੋ ਗਿਆ, ਯਾਨੀ ਕਿ 1.25 ਲੱਖ ਕਰੋੜ ਦਾ ਇਹਦੇ ਵਿੱਚ ਵਾਧਾ ਹੋਇਆ। ਉਸ ਤੋਂ ਬਾਅਦ ਸਾਲ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਜਦੋਂ ਤੱਕ ਕਾਂਗਰਸੀ ਸੱਤਾ ਦੇ ਵਿੱਚ ਜਾਂਦੇ ਨੇ 2022 ਦੇ ਵਿੱਚ, ਤਾਂ ਉਦੋਂ ਤੱਕ ਇਹ 5 ਸਾਲਾਂ ਦੇ ਵਿੱਚ ਹੀ 1 ਲੱਖ ਕਰੋੜ ਦਾ ਕਰਜ਼ੇ ਦਾ ਵਾਧਾ ਕਰ ਜਾਂਦੇ ਨੇ, ਯਾਨੀ ਕਿ ਪੰਜਾਬ ਸਿਰੇ ਕਰਜ਼ਾ ਵੱਧ ਕੇ 2,82,000 ਕਰੋੜ ਹੋ ਜਾਂਦਾ ਹੈ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2,82,000 ਕਰੋੜ ਤੋਂ ਸ਼ੁਰੂ ਕਰਦੀ ਹੈ ਤਾਂ ਹਲੇ ਸਰਕਾਰ ਦੇ 5 ਸਾਲ ਪੂਰੇ ਨਹੀਂ ਹੋਏ ਤੇ ਹੁਣ ਪੰਜਾਬ ਸਿਰ ਕਰਜ਼ੇ ਦੀ ਪੰਡ 4,17,000 ਕਰੋੜ ਨੂੰ ਪਾਰ ਕਰ ਚੁੱਕੀ ਹੈ। ਇਹ ਉਮੀਦ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਹੀ 4.5 ਲੱਖ ਕਰੋੜ ਨੂੰ ਪਾਰ ਕਰ ਜਾਊਗਾ। ਪਾਰਟੀਆਂ ਬੇਸ਼ੱਕ ਜਿੰਨੀਆਂ ਵੀ ਆਈਆਂ ਨੇ ਹੁਣ ਤੱਕ ਉਹਨਾਂ ਨੇ ਕਰਜ਼ੇ ਤੇ ਸਿਆਸਤ ਜ਼ਰੂਰ ਕੀਤੀ ਹੈ, ਪਰ ਕਰਜ਼ੇ ਦਾ ਹੱਲ ਕੋਈ ਨਹੀਂ ਕੀਤਾ। ਇੱਕ ਪਾਸੇ ਚੀਮਾ ਸਾਹਿਬ ਕਹਿ ਰਹੇ ਸੀ ਅਸੀਂ ਕਰਜ਼ਾ ਲਾਇਆ, ਪਰ ਦੂਜੇ ਪਾਸੇ ਇਹ ਵੀ ਕਹਿ ਰਹੇ ਸੀ ਕਿ ਕਰਜ਼ਾ ਲਾਉਣ ਦੇ ਲਈ ਅਸੀਂ ਹੋਰ ਕਰਜ਼ਾ ਚੱਕਿਆ। ਸੋ ਇਹਦੇ ਵਿੱਚ ਜਿੱਥੇ ਪੰਜਾਬ ਦੀਆਂ ਸਿਆਸੀ ਧਿਰਾਂ ਜ਼ਿੰਮੇਵਾਰ ਨੇ, ਉੱਥੇ ਪੰਜਾਬ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਬੈਠੀ ਹੈ ਉਹ ਵੀ ਕੋਈ ਘੱਟ ਜ਼ਿੰਮੇਵਾਰ ਨਹੀਂ ਹੈ। ਉਹਨੇ ਪੰਜਾਬ ਨੂੰ ਰਿਆਇਤਾਂ ਜਿਹੜੀਆਂ ਫੈਸਿਲਿਟੀਜ਼ ਸੀ ਉਹ ਮੁਹੱਈਆ ਨਹੀਂ ਕਰਵਾਈਆਂ, ਜਿਨ੍ਹਾਂ ਕਰਕੇ ਪੰਜਾਬ ਸਿਰ ਕਰਜ਼ਾ ਹੋਰ ਚੜ੍ਹਦਾ ਹੋਰ ਚੜ੍ਹ ਗਿਆ।